प्यारे बच्चों, ਅੱਜ ਆਪਾਂ ਸਟੱਡੀ ਕਰਾਂਗੇ ਕਲਾਸ 10ਵੀਂ ਦਾ ਲੈਸਨ ਨੰਬਰ 2 HTML ਫੰਡਾਮੈਂਟਲਸ। ਇਸ ਪਾਠ ਵਿੱਚ ਅਸੀਂ ਸਟੱਡੀ ਕਰਾਂਗੇ HTML ਅਤੇ ਇਸ ਦੇ ਇਤਿਹਾਸ ਬਾਰੇ। HTML ਡਾਕੂਮੈਂਟ ਦਾ ਬੇਸਿਕ ਢਾਂਚਾ ਕੀ ਹੈ, HTML ਡਾਕੂਮੈਂਟ ਦੇ ਮੁੱਖ ਟੈਗਸ ਕਿਹੜੇ ਹਨ, HTML ਡਾਕੂਮੈਂਟ ਨੂੰ ਕਿਸ ਤਰ੍ਹਾਂ ਬਣਾਇਆ ਤੇ ਦੇਖਿਆ ਜਾਂਦਾ ਹੈ, HTML ਡਾਕੂਮੈਂਟ ਨੂੰ ਦੇਖਣ ਲਈ ਵੱਖ-ਵੱਖ ਵੈਬ ਬਰਾਊਜ਼ਰ ਕਿਹੜੇ ਹਨ ਤੇ HTML ਦੇ ਵੱਖ-ਵੱਖ ਟੈਗਸ ਤੇ ਉਹਨਾਂ ਦੇ ਐਟਰੀਬਿਊਟਸ ਬਾਰੇ। HTML ਵਿੱਚ ਕੰਮ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ HTML ਕੀ ਹੈ ਤੇ ਇਸ ਦਾ ਇਤਿਹਾਸ ਕੀ ਹੈ। HTML ਦਾ ਪੂਰਾ ਨਾਮ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਹੈ, ਜਿਸ ਦੀ ਵਰਤੋਂ ਵੈਬ ਪੇਜ ਡਿਜ਼ਾਈਨ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਟੈਕਸਟ, ਗ੍ਰਾਫਿਕਸ ਅਤੇ ਹੋਰ ਜਾਣਕਾਰੀ ਇਕੱਠੀ ਕਰਕੇ ਫਾਰਮੈਟਿੰਗ ਕੀਤੀ ਜਾਂਦੀ ਹੈ ਅਤੇ ਆਪਸ ਵਿੱਚ ਲਿੰਕ ਕਰਕੇ ਵੈਬ ਪੇਜਾਂ ਦਾ ਨਿਰਮਾਣ ਕੀਤਾ ਜਾਂਦਾ ਹੈ। HTML ਮਤਲਬ ਹਾਈਪਰਟੈਕਸਟ ਮਾਰਕਅਪ ਲੈਂਗੁਏਜ 1980 ਵਿੱਚ ਤਿਆਰ ਕੀਤੀ ਗਈ ਭਾਸ਼ਾ ਸਟੈਂਡਰਡ ਜਰਨਲਾਈਜ਼ਡ ਮਾਰਕਅਪ ਲੈਂਗੁਏਜ ਦਾ ਵਿਸਥਾਰ ਰੂਪ ਹੈ, ਜਿਸ ਨੂੰ ਟਿਮ ਬਰਨਰਸ-ਲੀ ਨੇ 1999 ਵਿੱਚ ਡਿਜ਼ਾਈਨ ਕੀਤਾ ਸੀ। ਇਹ ਇੱਕ ਟੈਕਸਟ ਅਤੇ ਟੈਗਸ ਆਧਾਰਿਤ ਭਾਸ਼ਾ ਹੈ। ਹੁਣ ਤੁਸੀਂ ਸੋਚੋਗੇ ਇਹ ਟੈਗਸ ਕੀ ਹੁੰਦੇ ਹਨ। ਟੈਗਸ ਕੁਝ ਖਾਸ ਨਿਰਦੇਸ਼ ਹੁੰਦੇ ਹਨ। ਇਹ ਬਰਾਊਜ਼ਰ ਨੂੰ ਕਿਸੇ ਵਿਸ਼ੇਸ਼ ਕਾਰਜ ਨੂੰ ਕਰਨ ਲਈ ਨਿਰਦੇਸ਼ ਦਿੰਦੇ ਹਨ। HTML ਵਿੱਚ ਵਰਤੀਆਂ ਜਾਣ ਵਾਲੀਆਂ ਕਮਾਂਡਸ ਹੀ ਟੈਗਸ ਹੁੰਦੇ ਹਨ। ਟੈਗਸ ਓਪਨ ਐਂਗਲ ਬ੍ਰੈਕਟ ਨਾਲ ਸ਼ੁਰੂ ਹੁੰਦੇ ਹਨ ਅਤੇ ਕਲੋਜ਼ ਐਂਗਲ ਬ੍ਰੈਕਟ ਨਾਲ ਬੰਦ ਹੁੰਦੇ ਹਨ, ਜਿਵੇਂ HTML ਟੈਗ HTML ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਇੰਪੋਰਟੈਂਟ ਟੈਗ ਹੈ। HTML ਵਿੱਚ ਟੈਗਸ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲਾ ਕੰਟੇਨਰ ਟੈਗ ਤੇ ਦੂਸਰਾ ਐਮਪਟੀ ਟੈਗ। ਕੰਟੇਨਰ ਟੈਗ ਨੂੰ ਪੇਅਰ ਟੈਗ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਇਸ ਟੈਗ ਨੂੰ ਖੋਲ੍ਹਿਆ ਅਤੇ ਬੰਦ ਕੀਤਾ ਜਾਂਦਾ ਹੈ। ਇਸ ਤੋਂ ਉਲਟ ਐਮਪਟੀ ਟੈਗ ਨੂੰ ਖਾਲੀ ਟੈਗ ਜਾਂ ਸਿੰਗੂਲਰ ਟੈਗ ਕਿਹਾ ਜਾਂਦਾ ਹੈ। ਇਸ ਨੂੰ ਸਿਰਫ ਖੋਲ੍ਹਿਆ ਜਾਂਦਾ ਹੈ। ਇਸ ਨੂੰ ਬੰਦ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਸ ਵਿੱਚ ਕੋਈ ਵੀ ਕੰਟੈਂਟ ਨਹੀਂ ਹੁੰਦਾ, ਮਤਲਬ ਇਸ ਵਿੱਚ ਕੋਈ ਵੀ ਡਾਟਾ ਨਹੀਂ ਲਿਖਿਆ ਜਾਂਦਾ। HTML ਵਿੱਚ 4 ਮੁੱਖ ਟੈਗ ਹੁੰਦੇ ਹਨ, ਜਿਨ੍ਹਾਂ ਤੋਂ ਬਿਨਾਂ HTML ਡਾਕੂਮੈਂਟ ਤਿਆਰ ਨਹੀਂ ਹੋ ਸਕਦਾ। HTML ਡਾਕੂਮੈਂਟ ਤਿਆਰ ਕਰਨ ਲਈ 4 ਮੁੱਖ ਟੈਗਸ ਹਨ। ਨੰਬਰ 1 HTML ਡਾਕੂਮੈਂਟ HTML ਟੈਗ ਨਾਲ ਸ਼ੁਰੂ ਹੁੰਦਾ ਹੈ ਤੇ /HTML ਨਾਲ ਖਤਮ ਹੁੰਦਾ ਹੈ। ਇਹ ਬਰਾਊਜ਼ਰ ਨੂੰ ਦੱਸਦਾ ਹੈ ਕਿ ਵੈਬ ਪੇਜ ਕਿੱਥੇ ਸ਼ੁਰੂ ਹੁੰਦਾ ਹੈ ਅਤੇ ਕਿੱਥੇ ਖਤਮ ਹੁੰਦਾ ਹੈ। ਦੂਸਰਾ ਹੈ ਹੈਡ ਟੈਗ ਡਾਕੂਮੈਂਟ ਦੀ ਹੈਡਿੰਗ ਬਾਰੇ ਜਾਣਕਾਰੀ ਦਿੰਦਾ ਹੈ। ਇਸ ਨੂੰ ਹਮੇਸ਼ਾ ਐਂਗਲ ਬ੍ਰੈਕਟ ਵਿੱਚ ਹੈਡ ਨਾਲ ਸ਼ੁਰੂ ਕੀਤਾ ਜਾਂਦਾ ਹੈ ਤੇ /ਹੈਡ ਨਾਲ ਖਤਮ ਕੀਤਾ ਜਾਂਦਾ ਹੈ। ਇਹ ਹਮੇਸ਼ਾ HTML ਟੈਗ ਤੋਂ ਹੇਠਾਂ ਤੇ ਬੋਡੀ ਟੈਗ ਤੋਂ ਉੱਪਰ ਹੁੰਦਾ ਹੈ। ਅਗਲਾ ਟੈਗ ਹੈ ਟਾਈਟਲ ਟੈਗ। ਇਸ ਟੈਗ ਵਿੱਚ ਉਹ ਟਾਈਟਲ ਲਿਖਿਆ ਜਾਂਦਾ ਹੈ ਜੋ ਬਰਾਊਜ਼ਰ ਦੇ ਟਾਈਟਲ ਬਾਰ ਤੇ ਨਜ਼ਰ ਆਉਂਦਾ ਹੈ। ਇਹ ਐਂਗਲ ਬ੍ਰੈਕਟ ਵਿੱਚ ਟਾਈਟਲ ਲਿਖ ਕੇ ਸ਼ੁਰੂ ਹੁੰਦਾ ਹੈ ਤੇ /ਟਾਈਟਲ ਲਿਖ ਕੇ ਖਤਮ ਹੁੰਦਾ ਹੈ। ਬੋਡੀ ਟੈਗ ਇਹ ਟੈਗ ਐਂਗਲ ਬ੍ਰੈਕਟ ਵਿੱਚ ਬੋਡੀ ਨਾਲ ਸ਼ੁਰੂ ਹੁੰਦਾ ਹੈ ਅਤੇ /ਬੋਡੀ ਨਾਲ ਖਤਮ ਹੁੰਦਾ ਹੈ। ਇਸ ਟੈਗ ਦੇ ਵਿੱਚ ਉਹ ਸਾਰਾ ਕੰਟੈਂਟ ਸ਼ਾਮਿਲ ਹੁੰਦਾ ਹੈ ਜੋ ਤੁਸੀਂ ਆਪਣੇ ਵੈਬ ਪੇਜ ਉੱਪਰ ਦੇਖਣਾ ਚਾਹੁੰਦੇ ਹੋ, ਜਿਵੇਂ ਟੈਕਸਟ, ਤਸਵੀਰਾਂ, ਆਡੀਓ, ਗ੍ਰਾਫਿਕਸ ਆਦਿ। ਹੁਣ ਅਸੀਂ ਦੇਖਾਂਗੇ HTML ਡਾਕੂਮੈਂਟ ਕਿਵੇਂ ਤਿਆਰ ਕੀਤਾ ਜਾਂਦਾ ਹੈ। HTML ਡਾਕੂਮੈਂਟ ਬਣਾਉਣ ਲਈ ਅਤੇ ਦੇਖਣ ਲਈ 2 ਸੌਫਟਵੇਅਰਸ ਦੀ ਲੋੜ ਹੁੰਦੀ ਹੈ। ਪਹਿਲਾ ਇੱਕ ਟੈਕਸਟ ਐਡੀਟਰ, ਜਿਵੇਂ ਨੋਟਪੈਡ ਜਾਂ ਵਰਡਪੈਡ। ਦੂਸਰਾ ਵੈਬ ਬਰਾਊਜ਼ਰ, ਜਿਵੇਂ ਇੰਟਰਨੈਟ ਐਕਸਪਲੋਰਰ ਜਾਂ ਗੂਗਲ ਕ੍ਰੋਮ। ਇੱਕ ਵੈਬ ਪੇਜ ਸਧਾਰਨ ਟੈਕਸਟ ਫਾਈਲ ਹੀ ਹੈ ਜੋ ਕਿਸੇ ਵੀ ਟੈਕਸਟ ਐਡੀਟਰ ਜਿਵੇਂ ਨੋਟਪੈਡ ਜਾਂ ਵਰਡਪੈਡ ਆਦਿ ਦੀ ਵਰਤੋਂ ਨਾਲ ਬਣਾਏ ਜਾ ਸਕਦੇ ਹਨ। ਇੱਥੇ ਅਸੀਂ ਨੋਟਪੈਡ ਟੈਕਸਟ ਐਡੀਟਰ ਦੀ ਵਰਤੋਂ ਕਰਾਂਗੇ।
ਨੋਟਪੈਡ ਨੂੰ ਖੋਲ੍ਹਣ ਦੇ ਸਟੈਪ ਹੈ ਸਟਾਰਟ, ਆਲ ਪ੍ਰੋਗਰਾਮਸ, ਅਸੈਸਰੀਜ਼ ਤੇ ਨੋਟਪੈਡ। ਡਾਕੂਮੈਂਟ ਦੀ ਸ਼ੁਰੂਆਤ HTML ਟੈਗ ਨਾਲ ਕੀਤੀ ਜਾਂਦੀ ਹੈ। ਫਿਰ ਹੈਡ ਟੈਗ ਨਾਲ ਡਾਕੂਮੈਂਟ ਦਾ ਹੈਡ ਪਾਰਟ ਸ਼ੁਰੂ ਹੁੰਦਾ ਹੈ। ਫਿਰ ਟਾਈਟਲ ਟੈਗ ਵਿੱਚ ਉਹ ਟੈਕਸਟ ਸ਼ਾਮਿਲ ਹੁੰਦਾ ਹੈ ਜੋ ਤੁਸੀਂ ਆਪਣੀ ਵੈਬਸਾਈਟ ਦੇ ਟਾਈਟਲ ਬਾਰ 'ਤੇ ਦੇਖਣਾ ਚਾਹੁੰਦੇ ਹੋ। ਫਿਰ ਟਾਈਟਲ ਟੈਗ ਬੰਦ, ਉਸ ਤੋਂ ਬਾਅਦ ਹੈਡ ਟੈਗ ਬੰਦ ਕਰਾਂਗੇ। ਹੈਡ ਟੈਗ ਸ਼ੁਰੂ ਹੋਣ ਤੋਂ ਲੈ ਕੇ ਹੈਡ ਟੈਗ ਬੰਦ ਹੋਣ ਤੱਕ ਦਾ ਹਿੱਸਾ ਡਾਕੂਮੈਂਟ ਦਾ ਹੈਡ ਪਾਰਟ ਹੁੰਦਾ ਹੈ। ਇਸ ਤੋਂ ਬਾਅਦ ਡਾਕੂਮੈਂਟ ਦਾ ਬਾਡੀ ਪਾਰਟ ਸ਼ੁਰੂ ਹੁੰਦਾ ਹੈ। ਬਾਡੀ ਪਾਰਟ ਵਿੱਚ ਉਹ ਸਾਰਾ ਟੈਕਸਟ ਸ਼ਾਮਿਲ ਹੁੰਦਾ ਹੈ ਜੋ ਤੁਸੀਂ ਆਪਣੀ ਵੈਬਸਾਈਟ 'ਤੇ ਦੇਖਣਾ ਚਾਹੁੰਦੇ ਹੋ। ਇਸ ਤੋਂ ਬਾਅਦ ਬਾਡੀ ਟੈਗ ਬੰਦ, ਫਿਰ HTML ਟੈਗ ਬੰਦ। ਬਾਡੀ ਟੈਗ ਸ਼ੁਰੂ ਹੋਣ ਤੋਂ ਲੈ ਕੇ ਬਾਡੀ ਟੈਗ ਬੰਦ ਹੋਣ ਤੱਕ ਦਾ ਸਾਰਾ ਹਿੱਸਾ ਡਾਕੂਮੈਂਟ ਦਾ ਬਾਡੀ ਟੈਗ ਹੁੰਦਾ ਹੈ। ਇਸ ਤੋਂ ਬਾਅਦ ਡਾਕੂਮੈਂਟ ਨੂੰ ਸੇਵ ਕਰਨ ਲਈ ਫਾਈਲ ਮੈਨੂ 'ਤੇ ਜਾ ਕੇ ਸੇਵ ਆਪਸ਼ਨ 'ਤੇ ਕਲਿੱਕ ਕਰਾਂਗੇ। ਨੇਮ ਬਾਕਸ ਵਿੱਚ ਆਪਣੀ ਫਾਈਲ ਦਾ ਨਾਮ ਦੇਵਾਂਗੇ, ਪਰ ਯਾਦ ਰਹੇ ਫਾਈਲ ਨੇਮ ਦੇਣ ਤੋਂ ਬਾਅਦ .htm ਜਾਂ .html ਲਿਖਣਾ ਹੈ ਜੋ ਕਿ HTML ਫਾਈਲ ਦੀ ਐਕਸਟੈਂਸ਼ਨ ਹੈ। ਇਸ ਤੋਂ ਬਾਅਦ ਸੇਵ ਬਟਨ 'ਤੇ ਕਲਿੱਕ ਕਰਾਂਗੇ। ਡਾਕੂਮੈਂਟ ਤਿਆਰ ਹੋਣ ਤੋਂ ਬਾਅਦ ਉਸ ਨੂੰ ਦੇਖਣ ਲਈ ਕਿਸੇ ਵੀ ਵੈਬ ਬਰਾਊਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਇੰਟਰਨੈਟ ਐਕਸਪਲੋਰਰ, ਗੂਗਲ ਕਰੋਮ। ਸਭ ਤੋਂ ਪਹਿਲਾਂ ਹੈ ਇੰਟਰਨੈਟ ਐਕਸਪਲੋਰਰ। ਇਹ ਵਰਲਡ ਵਾਈਡ ਵੈਬ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਵੈਬ ਬਰਾਊਜ਼ਰ ਹੈ। ਇਸ ਦੀ ਸ਼ੁਰੂਆਤ 1999 ਵਿੱਚ ਹੋਈ ਸੀ ਤੇ ਇਹ ਵਿੰਡੋਜ਼ ਆਪਰੇਟਿੰਗ ਸਿਸਟਮ ਦੇ ਨਾਲ ਹੀ ਆਉਂਦਾ ਹੈ। ਗੂਗਲ ਕਰੋਮ, ਇਹ ਗੂਗਲ ਦੁਆਰਾ ਤਿਆਰ ਕੀਤਾ ਗਿਆ ਹੈ। ਪਹਿਲਾਂ ਇਸ ਨੂੰ ਸਿਰਫ ਵਿੰਡੋਜ਼ ਲਈ 2008 ਵਿੱਚ ਤਿਆਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਐਂਡਰਾਇਡ ਜਾਂ ਆਪਰੇਟਿੰਗ ਸਿਸਟਮ ਲਈ ਵੀ ਪੋਰਟ ਕਰ ਦਿੱਤਾ ਗਿਆ। ਹੁਣ ਉਸ ਲੋਕੇਸ਼ਨ 'ਤੇ ਜਾਓ ਜਿੱਥੇ ਤੁਸੀਂ ਫਾਈਲ ਸੇਵ ਕੀਤੀ ਸੀ, ਜਿਵੇਂ ਅਸੀਂ ਡੈਸਕਟਾਪ 'ਤੇ ਸੇਵ ਕੀਤੀ ਸੀ। ਤੁਹਾਨੂੰ ਇੱਥੇ ਆਪਣੀ ਫਾਈਲ ਦਿਖਾਈ ਦੇਵੇਗੀ। ਉਸ 'ਤੇ ਡਬਲ ਕਲਿੱਕ ਕਰਕੇ ਫਾਈਲ ਨੂੰ ਖੋਲ੍ਹੋ। ਵੈਬ ਬਰਾਊਜ਼ਰ ਵਿੱਚ ਤੁਹਾਡਾ ਡਾਕੂਮੈਂਟ ਖੁੱਲ੍ਹੇਗਾ। ਤੁਸੀਂ ਦੇਖ ਰਹੇ ਹੋ ਟਾਈਟਲ ਬਾਰ ਵਿੱਚ ਉਹੀ ਟੈਕਸਟ ਦਿਖਾਈ ਦੇ ਰਿਹਾ ਹੈ ਜੋ ਤੁਸੀਂ ਨੋਟਪੈਡ ਦੇ ਡਾਕੂਮੈਂਟ ਵਿੱਚ ਹੈਡ ਪਾਰਟ ਤੇ ਟਾਈਟਲ ਟੈਗ ਵਿੱਚ ਲਿਖਿਆ ਸੀ, ਅਤੇ ਵਿੰਡੋ ਬਰਾਊਜ਼ਰ ਵਿੱਚ ਉਹੀ ਟੈਕਸਟ ਦਿਖਾਈ ਦੇ ਰਿਹਾ ਹੈ ਜੋ ਤੁਸੀਂ ਬਾਡੀ ਪਾਰਟ ਵਿੱਚ ਲਿਖਿਆ ਸੀ। ਹੁਣ ਆਪਾਂ HTML ਦੇ ਕੁਝ ਆਮ ਵਰਤੇ ਜਾਣ ਵਾਲੇ ਟੈਗਸ ਬਾਰੇ ਕਰਾਂਗੇ ਜੋ ਕਿ ਬਾਡੀ ਟੈਗ ਵਿੱਚ ਹੀ ਵਰਤੇ ਜਾਂਦੇ ਹਨ। ਸਭ ਤੋਂ ਪਹਿਲਾਂ B ਟੈਗ। ਇਹ ਤੁਹਾਡੇ ਟੈਕਸਟ ਨੂੰ ਬੋਲਡ ਮਤਲਬ ਥੋੜ੍ਹਾ ਡਾਰਕ ਕਰ ਦੇਵੇਗਾ। ਉਸ ਲਈ ਬਾਡੀ ਪਾਰਟ ਵਿੱਚ ਸਭ ਤੋਂ ਪਹਿਲਾਂ B ਟੈਗ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਟੈਕਸਟ, ਫਿਰ B ਟੈਗ ਬੰਦ। ਦੂਸਰਾ ਟੈਗ ਹੈ I ਟੈਗ ਮਤਲਬ ਇਟੈਲਿਕ। ਇਹ ਤੁਹਾਡੇ ਟੈਕਸਟ ਨੂੰ ਥੋੜ੍ਹਾ ਬੈਂਡ, ਥੋੜ੍ਹਾ ਟੇਢਾ ਕਰ ਦੇਵੇਗਾ। ਇਸ ਲਈ ਸਭ ਤੋਂ ਪਹਿਲਾਂ I ਟੈਗ ਸ਼ੁਰੂ ਕਰਾਂਗੇ, ਫਿਰ ਟੈਕਸਟ, ਉਸ ਤੋਂ ਬਾਅਦ I ਟੈਗ ਬੰਦ।
ਅਗਲਾ ਟੈਗ ਹੈ ਯੂ। ਯੂ ਟੈਗ ਤੁਹਾਡੇ ਟੈਕਸਟ ਨੂੰ ਅੰਡਰਲਾਈਨ ਕਰ ਦੇਵੇਗਾ। ਇਸ ਲਈ ਸਭ ਤੋਂ ਪਹਿਲਾਂ ਯੂ ਟੈਗ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਟੈਕਸਟ, ਫਿਰ ਯੂ ਟੈਗ ਬੰਦ। ਹੁਣ ਫਾਈਲ ਨੂੰ ਸੇਵ ਕਰਾਂਗੇ। ਫਾਈਲ ਨੇਮ ਬਾਕਸ ਵਿੱਚ ਆਪਣਾ ਨਾਮ ਦਿਓ ਫਾਈਲ ਦਾ, ਸੇਵ ਬਟਨ ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਆਪਣੀ ਡੈਸਕਟਾਪ ਵਾਲੀ ਵੈਬ ਬਰਾਊਜ਼ਰ ਵਾਲੀ ਫਾਈਲ ਨੂੰ ਓਪਨ ਕਰਾਂਗੇ। ਤੁਸੀਂ ਦੇਖ ਰਹੇ ਹੋ ਬਰਾਊਜ਼ਰ ਵਿੰਡੋ ਵਾਲਾ ਟੈਕਸਟ ਬੋਲਡ, ਇਟੈਲਿਕ ਤੇ ਅੰਡਰਲਾਈਨ ਹੋ ਗਿਆ ਹੈ।